Good morning, beta. Today we are going to do the terms. The first one is fancy imagination. Fancy or imagination. What is imagination? Imagination means what has been, whatever we think of in our mind, whatever is imaginary, whatever it may be something fancy, something, it may be the creation of our mind, whatever we imagine, that is imagination. Imagination is associated with poetry during the period of Renaissance. Wordsworth and Coleridge gave much importance to imagination, although they said that it is above the creative faculty of mind. This faculty reveals higher truths through organic rather than a mechanical process. Coleridge said that creativity with imagination, while to fancy he assigned the associative power of felicitous elaboration. Fancy is a light and playful thing, while imagination is a godly thing. Milton possessed the gift of imagination, whereas Cowley had a fanciful mind. Wordsworth recollects the childhood memory with his imagination. Fancy belongs to the lower faculty of mind, while imagination belongs to the higher faculty. A child arranging and rearranging a picture card puzzle is indulging in fancy. A child playing with clay, destroying and making fresh toy animals is using imagination. ਬਹੁਤ ਸੋਹਣਾ ਐਗਜ਼ਾਮਪਲ ਹੈ ਕਿ ਇਮੈਜੀਨੇਸ਼ਨ ਹੁੰਦੀ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਦੁਬਾਰਾ ਬਣਾਉਂਦੇ ਹਾਂ। ਉਹ ਹੁੰਦੀ ਸਾਡੇ ਸਾਹਮਣੇ ਹੈ, ਪਰ ਉਸ ਨੂੰ ਅਸੀਂ ਕ੍ਰੀਏਟ ਕਰਦੇ ਹਾਂ, ਰੀਕ੍ਰੀਏਟ ਕਰਦੇ ਹਾਂ ਥਰੂ ਪੋਇਟਰੀ, ਥਰੂ ਰਾਈਟਿੰਗ, ਥਰੂ ਸਟੋਰੀਜ਼, ਥਰੂ ਮੇਕਿੰਗ ਸਮਥਿੰਗ ਐਜ਼ ਐਨ ਆਰਟਿਸਟ। ਅਤੇ ਫੈਂਸੀ ਹੁੰਦਾ ਹੈ ਜਦੋਂ ਉਸੇ ਹੀ ਚੀਜ਼ ਨੂੰ ਅਸੀਂ ਉਸੇ ਹੀ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਸੋਚਦੇ ਰਹਿੰਦੇ ਹਾਂ, ਬਣਾਉਂਦੇ ਕੁਛ ਨਹੀਂ, ਕ੍ਰੀਏਟੀਵਿਟੀ ਨਹੀਂ ਹੁੰਦੀ ਉਹਦੇ ਵਿੱਚ, ਤਾਂ ਉਹ ਫੈਂਸੀ ਹੁੰਦੀ ਹੈ। ਨਾਓ ਆਇਰਨੀ। ਵਟ ਇਜ਼ ਆਇਰਨੀ? ਆਇਰਨੀ ਇਜ਼ ਐਜ਼ ਦੀ ਹੈਪਨਿੰਗ ਆਫ ਦੀ ਅਨਐਕਸਪੈਕਟਡ। ਜਦੋਂ ਇਸ ਟਰਮ ਨੂੰ ਅਸੀਂ ਯੂਜ਼ ਕਰਦੇ ਹਾਂ ਤਾਂ ਅਸੀਂ ਕ੍ਰਿਟਿਸਿਜ਼ਮ ਵਿੱਚ ਇਹਨੂੰ ਯੂਜ਼ ਕਰਦੇ ਹਾਂ। ਸਮਥਿੰਗ ਵਿਦ ਟੰਗ ਇਨ ਚੀਕ ਵਿਚ ਕਨਵੇਜ਼ ਦੀ ਆਪੋਜ਼ਿਟ ਆਫ ਦੀ ਲਿਟਰਲ ਮੀਨਿੰਗ। ਜਿਹੜਾ ਮਤਲਬ ਹੈ ਉਸ ਤੋਂ ਉਲਟ ਉਹਦਾ ਮਤਲਬ, ਅਸਲ ਦੇ ਵਿੱਚ ਜਿਹੜਾ ਮੀਨਿੰਗ ਹੈ ਉਸ ਤੋਂ ਉਲਟ ਉਹਦਾ ਮਤਲਬ ਲਿਆ ਜਾਵੇ, ਦੈਟ ਇਜ਼ ਆਇਰਨੀ। ਅਸੀਂ ਅਕਸਰ ਕਹਿੰਦੇ ਹਾਂ ਉਹ ਇਟਸ ਸੋ ਆਇਰੋਨਿਕ, ਮਤਲਬ ਜਿਹੜੀ ਚੀਜ਼ ਸਾਨੂੰ ਦਿਖ ਰਹੀ ਹੈ ਉੱਦਾਂ ਦੀ ਨਹੀਂ ਹੈ, ਕੁਛ ਹੋਰ ਰੂਪ ਹੈ ਉਹਦੇ ਵਿੱਚ, ਕੁਛ ਹੋਰ ਹੈ। ਜਦੋਂ ਸ਼ੇਕਸਪੀਅਰ ਦਾ ਅਸੀਂ ਜੂਲੀਅਸ ਸੀਜ਼ਰ ਪੜ੍ਹਦੇ ਹਾਂ ਤਾਂ ਉਹਦੇ 'ਚ ਐਂਟਨੀ ਬਹੁਤ ਬਰੂਟਸ ਦੀ ਪ੍ਰੇਜ਼ ਕਰਦਾ ਹੈ। ਜਦੋਂ ਡੈਡ ਹੋ ਜਾਂਦਾ ਹੈ ਸੀਜ਼ਰ, ਉਹਨੂੰ ਮਾਰ ਦਿੱਤਾ ਜਾਂਦਾ ਹੈ, ਉੱਥੇ ਉਹ ਐਕਚੁਅਲੀ ਉਹਦੀ ਪ੍ਰੇਜ਼ ਨਹੀਂ ਕਰ ਰਿਹਾ, ਐਕਚੁਅਲੀ ਇਟ ਇਜ਼ ਆਇਰੋਨਿਕ, ਬਿਕੋਜ਼ ਉਹ ਬਰੂਟਸ ਦੀ ਸੱਚਾਈ ਲੋਕਾਂ ਅੱਗੇ ਲਿਆਉਣਾ ਚਾਹੁੰਦਾ ਹੈ, ਅਤੇ ਇਸ ਕਰਕੇ ਉਹ ਬਾਰ-ਬਾਰ ਰਿਪੀਟ ਕਰਦਾ ਹੈ ਕਿ ਬਰੂਟਸ ਹੈ ਜਿਹੜਾ, ਹੀ ਇਜ਼ ਐਨ ਔਨਰੇਬਲ ਮੈਨ। ਔਨਰ ਤਾਂ ਉਹਦੇ ਵਿੱਚ ਕਿਤੇ ਨਹੀਂ ਹੈ, ਬਟ ਹੀ ਰਿਪੀਟਡਲੀ ਸੇਜ਼ ਦੈਟ ਬਰੂਟਸ ਇਜ਼ ਐਨ ਔਨਰੇਬਲ ਮੈਨ। ਇਸੇ ਤਰ੍ਹਾਂ ਗਿਫਟ ਆਫ ਦੀ ਮਜਾਏ, ਤੁਸੀਂ ਫਸਟ ਈਅਰ 'ਚ ਸ਼ਾਇਦ ਇਹ ਸਟੋਰੀ ਪੜ੍ਹੀ ਹੋਵੇ। ਉਹਦੇ ਵਿੱਚ ਜਦੋਂ ਆਪਣੀ ਸਭ ਤੋਂ ਵਧੀਆ ਚੀਜ਼ਾਂ, ਡੈਲਾ ਆਪਣੇ ਬਾਲ ਅਤੇ ਜਿਮ ਆਪਣੀ ਵਾਚ ਵੇਚ ਦਿੰਦਾ ਹੈ ਇੱਕ ਦੂਜੇ ਦੇ ਲਈ ਗਿਫਟ ਲੈਣ ਲਈ, ਤਾਂ ਉਹ ਜਿਹੜਾ ਉਹ ਇੱਕ ਆਇਰੋਨਿਕ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਕਿਉਂਕਿ ਉਹ ਚੀਜ਼ ਜਿਹਦੇ ਲਈ ਉਹ ਗਿਫਟ ਲੈ ਰਹੇ ਹੈ ਉਹੀ ਨਹੀਂ ਰਹੀ, ਤਾਂ ਉਹ ਗਿਫਟ ਦਾ ਕੀ ਮਤਲਬ ਹੈ। ਤਾਂ ਉਹ ਸ਼ੈਲ ਕੋਂਬ ਲੈ ਕੇ ਆਉਂਦਾ ਹੈ ਡੈਲਾ ਦੇ ਵਾਲਾਂ ਲਈ, ਅਤੇ ਉਹਦੇ ਲਈ ਇੱਕ ਪਲੈਟੀਨਮ ਦੀ ਚੇਨ ਲੈ ਕੇ ਆਉਂਦੀ ਹੈ। ਯਾਦ ਹੋਣੀ ਹੈ ਤੁਹਾਨੂੰ ਇਹ ਸਟੋਰੀ। ਸੋ ਦੈਟ ਵਾਜ਼ ਆਲਸੋ ਵੈਰੀ ਆਇਰੋਨਿਕ। ਡਰਾਮੈਟਿਕ ਆਇਰਨੀ ਸੋਫੋਕਲੀਜ਼ ਦੇ ਪਲੇ ਦੇ ਵਿੱਚ ਦੇਖੀ ਜਾ ਸਕਦੀ ਹੈ। ਉਸ ਦਾ ਪਲੇ ਦਾ ਨਾਮ ਹੈ ਇਡੀਪਸ ਰੈਕਸ। ਉਹ ਜਿਹੜਾ ਹੀਰੋ ਹੁੰਦਾ ਹੈ ਉਹ ਪ੍ਰੋਮਿਸ ਕਰਦਾ ਹੈ ਲੋਕਾਂ ਨਾਲ ਕਿ ਮੈਂ ਜਿਹੜਾ ਕਿੰਗ ਹੈ ਉਹਦੇ ਕਿਲਰ ਨੂੰ ਲੱਭਾਂਗਾ, ਅਤੇ ਐਕਚੁਅਲੀ ਕੀ ਹੁੰਦਾ ਹੈ ਉਹ ਆਪ ਹੀ ਉਹਦਾ ਕਿਲਰ ਹੁੰਦਾ ਹੈ, ਉਹਨੂੰ ਨਹੀਂ ਪਤਾ ਹੁੰਦਾ ਕਿ ਉਸੇ ਨੇ ਰਾਜੇ ਨੂੰ ਮਾਰਿਆ ਹੁੰਦਾ ਹੈ। ਸੋ ਇਹ ਆਇਰਨੀ ਦੀ ਇੱਕ ਡੈਫੀਨੇਸ਼ਨ ਹੈ। ਇਸ ਤੋਂ ਅੱਗੇ ਕਰਦੇ ਹਾਂ ਆਪਾਂ ਪੈਰਾਡੋਕਸ। ਪੈਰਾਡੋਕਸ ਹੁੰਦਾ ਹੈ ਉਹ ਸਟੇਟਮੈਂਟ
ਜਿਹੜੀ ਆਪਣੇ ਸਾਫ਼ ਸਾਨੂੰ ਲੱਗਦੀ ਹੋਵੇ ਕਿ ਐਵੇਂ ਹੀ ਮੂਰਖਤਾ ਜੀ ਵਾਲੀ ਸਟੇਟਮੈਂਟ ਹੈ, ਆਪਣੇ ਆਪ ਨੂੰ ਹੀ ਕੰਟਰਡਿਕਟ ਕਰ ਰਹੀ ਹੈ, ਪਰ ਉਸ ਦਾ ਇੱਕ ਮਤਲਬ ਹੋਵੇ, ਇਟ ਹੈਜ਼ ਅ ਵੈਲਿਡ ਮੀਨਿੰਗ। ਤੇ ਡਨ ਜਿਵੇਂ ਆਪਣੀ ਪੋਇਮ ਦੇ ਵਿੱਚ ਲਿਖਦਾ ਹੈ, ਡੈਥ ਬੀ ਨਾਟ ਪ੍ਰਾਊਡ, ਉਸ ਦੇ ਵਿੱਚ ਲਿਖਦਾ ਹੈ, one short sleep past we wake eternally, and death shall be no more, death thou shalt die। ਸਮਝ ਆਇਆ? ਇੱਕ ਛੋਟੀ ਜਿਹੀ ਨੀਂਦ ਤੋਂ ਬਾਅਦ ਅਸੀਂ ਇਟਰਨਲੀ ਜਾਗਦੇ ਹਾਂ, ਅਤੇ ਜਿਹੜੀ ਡੈਥ ਹੈ ਉਹ ਮਰ ਜਾਂਦੀ ਹੈ, ਡੈਥ ਖਤਮ ਹੋ ਜਾਂਦੀ ਹੈ, ਅਤੇ ਉਹ ਡੈਥ ਦੀ ਮੌਤ ਹੋ ਜਾਂਦੀ ਹੈ, ਡੈਥ ਦਾਊ ਸ਼ੈਲ ਡਾਈ। ਇਸੇ ਦੀ ਹੀ ਇੱਕ ਪੋਇਮ ਹੈ ਕੈਨੋਨਾਈਜੇਸ਼ਨ, ਜੌਨ ਡਨ ਦੀ। ਉਸ ਦੇ ਵਿੱਚ ਇਹਨੇ ਲਿਖਿਆ ਹੈ ਕਿ ਜਿਹੜੇ ਲਵਰਸ ਨੇ, ਸੈਕਸ਼ੂਅਲ ਲਵਰਸ ਹੁੰਦੇ ਨੇ, ਉਹ ਸੇਂਟਸ ਹੁੰਦੇ ਨੇ, ਸੰਤ ਹੁੰਦੇ ਨੇ, ਜਦੋਂ ਕਿ ਸੰਤ ਦੇ ਨਾਲ ਸੈਕਸ਼ੂਅਲ ਲਵਰਸ ਦਾ ਕੋਈ ਤਾਲੁਕ ਨਹੀਂ ਹੈ। ਪੈਰਾਡੌਕਸ ਨੂੰ ਅਸੀਂ ਬਹੁਤ ਸਾਰੀ ਵਾਰ ਯੂਜ਼ ਕਰਦੇ ਹਾਂ ਵਰਬਲ ਵਿਟ ਰਹੀ ਦੇ ਲਈ। ਇਹਨੂੰ ਅਸੀਂ ਮੈਟਾਫਿਜ਼ੀਕਲ ਪੋਇਟਰੀ ਦੇ ਵਿੱਚ ਜੌਨ ਡਨ ਨੇ ਬਹੁਤ ਵਾਰ ਇਸਤੇਮਾਲ ਕੀਤਾ ਹੈ। ਜਦੋਂ ਵਰਡਸਵਰਥ ਦੀ ਪੋਇਮ ਦੇ ਵਿੱਚ ਵਰਡਸਵਰਥ ਕਹਿੰਦਾ ਹੈ ਕਿ ਚਾਈਲਡ ਇਜ਼ ਦੀ ਫਾਦਰ ਆਫ ਮੈਨ, ਤਾਂ ਇਹ ਵੀ ਇੱਕ ਪੈਰਾਡੌਕਸੀਕਲ ਸਟੇਟਮੈਂਟ ਹੈ, ਕਿਉਂਕਿ ਇਹ ਆਪਣੇ ਆਪ ਨੂੰ ਕੰਟਰਡਿਕਟ ਕਰਦੀ ਹੈ। ਜਿਹੜਾ ਅੱਜ ਬੱਚਾ ਹੈ ਉਹੀ ਕੱਲ੍ਹ ਨੂੰ ਫਾਦਰ ਹੋਏਗਾ, ਮੈਨ ਹੋਏਗਾ, ਅਤੇ ਹਾਊ ਕੈਨ ਦ ਚਾਈਲਡ ਬੀ ਦੀ ਫਾਦਰ ਆਫ ਮੈਨ, ਉਹ ਮੈਨ ਦਾ ਹੀ ਬੱਚਾ ਵਿਲ ਬੀ ਹਿਜ਼ ਫਾਦਰ। ਸੋ ਇਹ ਆਪਣੇ ਆਪ ਦੇ ਵਿੱਚ ਕੰਟਰਡਿਕਸ਼ਨਸ ਨੇ, ਬਟ ਸਟਿਲ ਦੇ ਲਿਵ ਔਨ। ਇਹ ਕੰਟਰਡਿਕਟਰੀ ਸਟੇਟਮੈਂਟਸ ਪੋਇਟਰੀ, ਪ੍ਰੋਜ਼ ਤੁਹਾਨੂੰ ਵਿੱਚ ਬਹੁਤ ਨਜ਼ਰ ਆਉਣਗੀਆਂ ਇਨ ਇੰਗਲਿਸ਼ ਲਿਟਰੇਚਰ। ਹੁਣ ਨੈਕਸਟ ਟਰਮ ਹੈ ਐਂਬੀਗੁਇਟੀ। ਐਂਬੀਗੁਇਟੀ ਹੁੰਦੀ ਹੈ ਜਿਸ 'ਤੇ ਉਹ ਸਟੇਟਮੈਂਟ ਜਿਸ ਦੇ ਵਿੱਚ 1 2 3 4 ਕਈ ਮੀਨਿੰਗਸ ਹੋਣ, ਮੈਨੀ ਮੀਨਿੰਗਸ। ਇਹ ਵਿਲੀਅਮ ਐਮਸਨ ਨੇ ਜਦੋਂ ਪੋਪੂਲਰਾਈਜ਼ ਕੀਤੀ ਸੀ ਇਹ ਵਰਡ, ਇਹਨੇ ਲਿਖਿਆ ਸੀ 7 ਟਾਈਪਸ ਆਫ ਐਂਬੀਗੁਇਟੀ, ਕਿਤਾਬ ਲਿਖੀ ਸੀ। ਇਹਦੇ ਵਿੱਚ ਕਹਿੰਦਾ ਹਰ ਗੱਲ ਦੇ, ਹਰ ਇੰਟਰਪ੍ਰੀਟੇਸ਼ਨ ਦੇ, ਹਰ ਸਿਚੁਏਸ਼ਨ ਦੇ ਦੇਰ ਆਰ ਮੋਰ ਦੈਨ 1 or 2 ਮੀਨਿੰਗਸ। ਹਰ ਬੰਦਾ ਉਹਨੂੰ ਆਪਣੇ ਮੁਤਾਬਿਕ ਇੰਟਰਪ੍ਰੇਟ ਕਰਦਾ ਹੈ। ਵੈਨ ਦ ਡਿਫਰੈਂਟ ਮੀਨਿੰਗਸ ਆਰ ਨਾਟ ਇੰਟੈਂਸ਼ਨਲ ਦੇ ਆਰ ਕੰਸੀਡਰਡ ਟੂ ਬੀ ਵੇਗ। ਕਈ ਵਾਰ ਅਸੀਂ ਅਨਨੋਇੰਗਲੀ ਕੁਛ ਇੰਟਰਪ੍ਰੇਟ ਕਰਦੇ ਹਾਂ ਤਾਂ ਉਹ ਵੇਗ ਹੁੰਦਾ ਹੈ। ਜਿਵੇਂ ਕੈਰੈਕਟਰ ਸ਼ਾਇਲੌਕ ਦਾ ਹੈ, ਉਹਦੇ ਵਿੱਚ ਜਿਹੜਾ ਉਹ ਐਂਬੀਗੂਅਸ ਕੈਰੈਕਟਰ ਹੈ। ਐਂਬੀਗੂਅਸ ਕਿਵੇਂ ਹੈ? ਕਿਉਂਕਿ ਉਸ ਸ਼ਾਇਲੌਕ ਨੂੰ ਅਸੀਂ ਇੱਕ ਸਿਨਰ ਦੀ ਤਰ੍ਹਾਂ, ਇੱਕ ਬੁਰੇ ਬੰਦੇ ਦੀ ਤਰ੍ਹਾਂ, ਅਤੇ ਇੱਕ ਕਦੇ ਅਸੀਂ ਉਹਨੂੰ ਇੱਕ ਮਨੀ ਲੈਂਡਰ ਦੀ ਤਰ੍ਹਾਂ ਦੇਖਦੇ ਹਾਂ। On the other hand, the writer uses it to achieve special effect, that is to reflect the complexity of an issue. Ambiguity is the quality in a literary work which makes it open to several meanings. A literary work may have several meanings and each meaning may appear to be equally correct. ਸਾਨੂੰ ਉਹਦਾ ਮਤਲਬ ਹੈ ਜਿਹੜਾ ਸਾਰੇ ਹੀ ਠੀਕ ਲੱਗਣਗੇ। ਨਿਊ ਕ੍ਰਿਟਿਸਿਜ਼ਮ ਕਹਿੰਦਾ ਹੈ ਕਿ ਐਂਬੀਗੁਇਟੀਜ਼ ਜਦੋਂ ਤੱਕ ਟੈਕਸਟ ਦੇ ਵਿੱਚ ਨਹੀਂ ਹੋਣਗੀਆਂ ਉਦੋਂ ਤੱਕ ਉਹਦਾ ਜਿਹੜਾ ਮਤਲਬ ਆਥਰ ਦੱਸਣਾ ਚਾਹੁੰਦਾ ਹੈ ਉਹ ਤੁਸੀਂ ਨਹੀਂ ਸਮਝ ਪਾਓਗੇ। ਸੋ ਐਵਰੀ ਟੈਕਸਟ ਹੈਜ਼ ਐਂਬੀਗੁਇਟੀਜ਼, ਹਰ ਚੀਜ਼ ਦੇ ਵਿੱਚ ਐਂਬੀਗੁਇਟੀ ਹੁੰਦੀ ਹੈ, ਐਂਡ ਐਵਰੀਬਡੀ ਟਰਾਈਜ਼ ਟੂ ਇੰਟਰਪ੍ਰੇਟ ਇਟ ਇਨ ਹਿਜ਼ ਓਨ ਮੈਨਰ। ਉਹ ਆਪਣੇ ਤਰੀਕੇ ਨਾਲ ਉਸ ਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਾਕੀ ਬੇਟਾ ਆਪਾਂ ਨੈਕਸਟ ਕੱਲ੍ਹ ਨੂੰ ਕਰਾਂਗੇ। ਥੈਂਕ ਯੂ।